हाँ जी बेटा। सो साडा टॉपिक चल रहा सी साडा चैप्टर बायोमोलीक्यूल्स ਉਹਦੇ ਵਿੱਚ ਨੈਕਸਟ ਟੌਪਿਕ ਹੈ ਐਨਜ਼ਾਈਮਸ। ਸੋ ਤੁਸੀਂ ਮੇਰੇ ਮੂੰਹ ਚੋਂ ਪਹਿਲਾਂ ਵੀ ਐਨਜ਼ਾਈਮਸ ਦੇ ਬਾਰੇ 'ਚ ਕਈ ਵਾਰੀ ਸੁਣਿਆ ਹੋਣਾ। ਐਨਜ਼ਾਈਮਸ ਬੇਟਾ ਕੈਟਲਿਸਟ ਹੀ ਹੁੰਦੇ ਨੇ, ਬਟ ਇਹ ਸਾਡੇ ਲਿਵਿੰਗ ਸੈਲਸ ਦੇ ਵਿੱਚ ਜਿਹੜੇ ਹੋਣ ਵਾਲੇ ਰਿਐਕਸ਼ਨਸ ਨੇ ਉਹਨਾਂ ਨੂੰ ਬੋਲਦੇ ਆ ਬਾਇਓਕੈਮੀਕਲ ਰਿਐਕਸ਼ਨਸ। ਲਿਵਿੰਗ ਸੈਲਸ ਦੇ ਵਿੱਚ ਹੋਣ ਵਾਲੇ ਬਾਇਓਕੈਮੀਕਲ ਰਿਐਕਸ਼ਨਸ ਨੂੰ ਕੈਟਲਾਈਜ਼ ਕਰਦੇ ਨੇ। ਸੋ ਐਨਜ਼ਾਈਮਸ ਆਰ ਬਾਇਓਲੋਜੀਕਲ ਕੈਟਲਿਸਟ ਪ੍ਰੋਡਿਊਸਡ ਬਾय ਲਿਵਿੰਗ ਸੈਲਸ, ਪੈਦਾ ਵੀ ਲਿਵਿੰਗ ਸੈਲਸ ਦੁਆਰਾ ਹੁੰਦੇ ਨੇ, which catalyze the biochemical reactions in living organisms। ਸਾਰੇ ਜਿਹੜੇ ਐਨਜ਼ਾਈਮਸ ਨੇ ਬੇਸਿਕਲੀ ਦੇ ਆਰ ਪ੍ਰੋਟੀਨਸ। ਸੋ ਪ੍ਰੋਟੀਨਸ ਦੇ ਵਿੱਚ ਹੀ ਆਊਗਾ ਐਨਜ਼ਾਈਮ। ਹੁਣ ਨੀਚੇ ਇੱਕ ਲਿਸਟ ਬਣੀ ਹੋਈ ਹੈ ਐਨਜ਼ਾਈਮਸ ਦੀ ਅਤੇ ਰਿਐਕਸ਼ਨ ਕੈਟਲਾਈਜ਼ ਕਿਹੜਾ ਰਿਐਕਸ਼ਨ ਹੈ, ਕਿਹੜੇ ਐਨਜ਼ਾਈਮ ਦੁਆਰਾ ਕੈਟਲਾਈਜ਼ ਹੁੰਦਾ ਹੈ। ਫਰਸਟ ਐਨਜ਼ਾਈਮ ਇਜ਼ ਮਾਲਟੇਜ਼। ਐਨਜ਼ਾਈਮ ਦੇ ਨਾਮ ਦੇ ਪਿੱਛੇ ਹਮੇਸ਼ਾ ਕੀ ਆਊਗਾ ਬੇਟਾ, ਏਜ਼ ਆਊਗਾ। ਕੀ ਆਊਗਾ, ਏਜ਼, ਮਾਲਟੇਜ਼। ਹੁਣ ਇਹ ਕੀ ਕੈਟਲਾਈਜ਼ ਕਰਦਾ ਹੈ, ਇਹ ਮਾਲਟੋਸ ਡਾਇਸੈਕਰਾਈਡ ਹੁੰਦਾ ਨਾ, ਮਾਲਟੋਸ ਦੀ ਕਨਵਰਜਨ ਜਦੋਂ ਮਾਲਟੋਸ ਹਾਈਡਰੋਲਾਈਜ਼ ਹੁੰਦਾ ਹੈ ਉਸ ਟਾਈਮ ਤੁਹਾਨੂੰ ਮੈਂ ਪੜ੍ਹਾਇਆ ਸੀ ਕਾਰਬੋਹਾਈਡਰੇਟਸ। ਇਟ ਬ੍ਰੇਕਸ ਡਾਊਨ ਇਨਟੂ 2 ਮੋਨੋਸੈਕਰਾਈਡਸ। ਪਹਿਲਾ ਹੈਗਾ ਗਲੂਕੋਸ, ਦੂਸਰਾ ਹੈਗਾ ਗਲੂਕੋਸ। ਮਾਲਟੋਸ 'ਚ ਦੋਨੋਂ ਮੋਲੀਕਿਊਲ ਕਿਹਦੇ ਹੁੰਦੇ ਨੇ, ਗਲੂਕੋਸ ਦੇ ਹੀ ਹੁੰਦੇ ਨੇ। ਸੈਕਿੰਡ ਹੈ ਜਿਹੜਾ ਸਾਡਾ ਐਨਜ਼ਾਈਮ ਹੈ, ਇਟ ਇਜ਼ ਲੈਕਟੇਜ਼। ਲੈਕਟੇਜ਼ ਲੈਕਟਿਕ ਐਸਿਡ ਤੋਂ ਨਾਮ ਆਇਆ। ਲੈਕਟਿਕ ਐਸਿਡ ਦੁੱਧ ਦੇ ਵਿੱਚ ਹੁੰਦਾ ਹੈ। ਸੋ ਦੁੱਧ ਦੇ ਵਿੱਚ ਮਿਲਣ ਵਾਲੀ ਸ਼ੂਗਰ ਹੁੰਦੀ ਹੈ ਲੈਕਟੋਜ਼। ਸੋ ਲੈਕਟੇਜ਼ ਕੀ ਕਰਦਾ, ਲੈਕਟੋਜ਼ ਨੂੰ ਤੋੜਦਾ ਹੈ ਗਲੂਕੋਜ਼ ਪਲੱਸ ਗੈਲੈਕਟੋਜ਼। ਤੁਹਾਨੂੰ ਮੈਂ ਯਾਦ ਕਰਨ ਲਈ ਇਹ ਟਿਪ ਦਿੱਤੀ ਸੀ, ਗੈ ਤੋਂ ਗਾਂ ਤੋਂ ਯਾਦ ਰੱਖਿਓ। ਦੁੱਧ ਦੇ ਵਿੱਚ ਗਾਂ ਤੋਂ ਦੁੱਧ ਮਿਲਦਾ ਤਾਂ ਲੈਕਟੇਜ਼ ਐਨਜ਼ਾਈਮ ਹੁੰਦਾ ਜਿਹੜਾ ਲੈਕਟੋਜ਼ ਨੂੰ ਤੋੜ ਕੇ ਗਲੂਕੋਜ਼ ਪਲੱਸ ਗੈਲੈਕਟੋਜ਼ ਇਹ ਦੋ ਚੀਜ਼ਾਂ ਦਿੰਦਾ। ਠੀਕ ਹੈ ਜੀ। ਨੈਕਸਟ ਐਨਜ਼ਾਈਮ ਇਜ਼ ਅਮਾਈਲੇਜ਼। ਐਮਾਈਲਮ ਆਪਾਂ ਪੜ੍ਹਿਆ ਸੀਗਾ, ਸਟਾਰਚ ਨੂੰ ਬੋਲਿਆ ਜਾਂਦਾ ਬੇਟਾ। ਸੋ ਐਮਾਈਲੇਜ਼ ਜਿਹੜਾ ਐਨਜ਼ਾਈਮ ਹੈ ਉਹ ਸਟਾਰਚ ਨੂੰ ਬ੍ਰੇਕ ਕਰ ਦਿੰਦਾ ਹੈ ਗਲੂਕੋਜ਼ ਦੇ ਵਿੱਚ। ਐਮਾਈਲੇਜ਼ ਬ੍ਰੇਕ ਸਟਾਰਚ ਇਨਟੂ ਗਲੂਕੋਜ਼। ਨੈਕਸਟ ਇਜ਼ ਇਨਵਰਟੇਜ਼। ਤੁਹਾਨੂੰ ਦੱਸਿਆ ਸੀਗਾ ਜਿਹੜੀ ਕੇਨ ਸ਼ੂਗਰ ਹੈ, ਖੰਡ, ਚੀਨੀ, ਸੁਕਰੋਸ ਉਹਨੂੰ ਬੋਲਦੇ ਹੈ। ਸੋ ਉਹ ਇਨਵਰਟ ਸ਼ੂਗਰ ਬੋਲਦੇ ਆ ਉਹਨੂੰ, ਕਿਉਂਕਿ ਉਹਦੀ ਆਪਟੀਕਲ ਇਨਵਰਜਨ ਹੋ ਜਾਂਦੀ ਹੈ, ਡੈਕਸਟਰ ਰੋਟੇਟਰੀ ਤੋਂ ਲੀਵਰ ਰੋਟੇਟਰੀ ਹੋ ਜਾਂਦੀ ਹੈ ਜਦੋਂ ਉਹਨੂੰ ਹਾਈਡਰਲਾਈਜ਼ ਕਰਦੇ ਹੈ। ਸੋ ਇਨਵਰਟੇਜ਼ ਐਨਜ਼ਾਈਮ ਤੋਂ ਹੀ ਤੁਹਾਨੂੰ ਯਾਦ ਆਊਗਾ ਸੁਕਰੋਸ ਇਨਵਰਟ ਸ਼ੂਗਰ ਹੁੰਦੀ ਹੈ। ਸੋ ਸੁਕਰੋਸ ਨੂੰ ਤੋੜ ਦਿੰਦਾ ਹੈ ਗਲੂਕੋਜ਼ ਪਲੱਸ ਫਰਕਟੋਸ, ਆਹ ਦੋ ਮੋਲੀਕਿਊਲਸ ਦੇ ਵਿੱਚ ਤੋੜ ਦਿੰਦਾ ਹੈ ਇਹ ਵਾਲਾ ਐਨਜ਼ਾਈਮ ਇਨਵਰਟੇਜ਼ ਇਹਦਾ ਨਾਮ ਹੈ। ਇੱਥੇ ਤੱਕ ਹੋ ਗਿਆ। ਨੈਕਸਟ ਇਜ਼ ਯੂਰੀਏਜ਼। ਯੂਰੀਏਜ਼ ਨਾਮ ਤੋਂ ਕਲੀਅਰ ਹੈ, ਯੂਰੀਆ ਨੂੰ ਤੋੜੂਗਾ। ਤਾਂ ਯੂਰੀਆ ਨੂੰ ਤੋੜ ਦਿੰਦਾ ਹੈ ਕਾਰਬਨ ਡਾਈਆਕਸਾਈਡ ਪਲੱਸ ਅਮੋਨੀਆ। ਯੂਰੀਏਜ਼ ਯੂਰਿਨ ਦੇ ਵਿੱਚ ਹੁੰਦਾ ਹੈ, ਤੁਸੀਂ ਜਾਣਦੇ ਹੋ ਯੂਰੀਨਲਸ ਬਾਹਰ ਉੱਥੇ ਬੜੀ ਸਮੈਲ ਹੁੰਦੀ ਹੈ। ਸੋ ਉਹ ਇਹਦੇ ਵਿੱਚ ਯੂਰੀਆ 'ਚੋਂ ਕੀ ਨਿਕਲਦਾ ਜਦੋਂ ਟੁੱਟ ਜਾਂਦਾ, ਅਮੋਨੀਆ। ਅਮੋਨੀਆ ਦੀ ਸਮੈਲ ਹੁੰਦੀ ਹੈ, ਉਹ ਬੜੀ ਸਟਿੰਕਿੰਗ ਸਟਰੋਂਗ ਸਮੈਲ ਹੁੰਦੀ ਹੈ। ਸੋ ਯੂਰੀਏਜ਼ ਜਿਹੜਾ ਐਨਜ਼ਾਈਮ ਹੈ ਉਹ ਯੂਰੀਆ ਨੂੰ ਤੋੜ ਦਿੰਦਾ ਹੈ ਕਾਰਬਨ ਡਾਈਆਕਸਾਈਡ ਪਲੱਸ ਅਮੋਨੀਆ। ਯੂਰੀਆ ਖਾਦ ਵੀ ਹੈ। ਸੋ ਯੂਰਿਨ ਜਿਹੜਾ ਲੋਕ ਪਹਿਲਾਂ ਪੁਰਾਣੇ ਜ਼ਮਾਨੇ 'ਚ ਖੇਤਾਂ 'ਚ ਜਾਂਦੇ ਸੀ ਤਾਂ ਕੋਈ ਹਰਜ਼ ਨਹੀਂ ਹੈ, ਉਹ ਖਾਦ ਹੀ ਬਣ ਜਾਂਦਾ, ਬਾਅਦ 'ਚ ਡੀਕੰਪੋਜ਼ ਹੋ ਜਾਂਦਾ ਹੈ। ਨੈਕਸਟ ਐਨਜ਼ਾਈਮ ਕੀ ਹੈ ਬੇਟਾ, ਪੈਪਸਿਨ। ਪੈਪਸਿਨ ਦਾ ਕੀ ਕੰਮ ਹੈ, ਇਹ ਪ੍ਰੋਟੀਨਸ ਨੂੰ ਤੋੜਦਾ ਹੈ। ਪੈਪਸਿਨ ਬ੍ਰੇਕਸ ਡਾਊਨ ਪ੍ਰੋਟੀਨਸ ਇਨਟੂ, ਪ੍ਰੋਟੀਨ ਕਿਸ ਦੇ ਬਣੇ ਹੁੰਦੇ ਨੇ, ਅਮੀਨੋ ਐਸਿਡਸ ਦੇ। ਸੋ ਜਿਹੜਾ ਹੈ ਪ੍ਰੋਟੀਨ ਉਹਨੂੰ ਵਾਪਸ ਤੋੜਨ ਦਾ ਕੰਮ ਕੌਣ ਕਰਦਾ, ਪੈਪਸਿਨ। ਇਟ ਬ੍ਰੇਕਸ ਡਾਊਨ ਪ੍ਰੋਟੀਨਸ ਇਨਟੂ ਅਮੀਨੋ ਐਸਿਡਸ, ਜਿਨ੍ਹਾਂ ਤੋਂ ਬਣੇ ਸੀ ਵਾਪਸ ਉਸੇ ਫਾਰਮ 'ਚ ਆ ਜਾਂਦੇ ਨੇ, ਟੁੱਟ ਜਾਂਦੇ ਨੇ। ਨੈਕਸਟ ਜਿਹੜਾ ਐਨਜ਼ਾਈਮ ਹੈ ਬੇਟਾ ਉਹ ਹੈ ਟ੍ਰਿਪਸਿਨ। ਇਹ ਦੋਨੋਂ ਪੈਪਸਿਨ ਵੀ ਟ੍ਰਿਪਸਿਨ ਵੀ ਦੋਨੋਂ ਹੀ ਪ੍ਰੋਟੀਨਸ ਨੂੰ ਹਾਈਡਰਲਾਈਜ਼ ਕਰਦੇ ਨੇ। ਸੋ ਪ੍ਰੋਟੀਨ ਨੂੰ ਕਿਹਦੇ ਵਿੱਚ ਤੋੜੂਗਾ, ਵਾਪਸ ਅਮੀਨੋ ਐਸਿਡਸ। ਦੈਨ ਨੈਕਸਟ ਐਨਜ਼ਾਈਮ ਇਜ਼ ਨਿਊਕਲੀਏਜ਼। ਨਿਊਕਲੀਏਜ਼ ਨਿਊਕਲਿਕ ਐਸਿਡਸ ਤੋਂ ਬਣਿਆ ਹੈ ਬੇਟਾ। ਇਹ ਨਿਊਕਲਿਕ ਐਸਿਡਸ ਨੂੰ ਤੋੜਦਾ ਹੈ। ਡੀਐਨਏ ਔਰ ਆਰਐਨਏ ਦੋ ਨਿਊਕਲਿਕ ਐਸਿਡਸ ਹੁੰਦੇ ਨੇ। ਨਿਊਕਲਿਕ ਐਸਿਡਸ ਕਿਸ ਤੋਂ ਬਣਦੇ ਨੇ, ਨਿਊਕਲੀਓਟਾਈਡਸ ਤੋਂ ਬਣੇ ਹੁੰਦੇ ਨੇ, ਇਹ ਇਹਨਾਂ ਦੇ ਮੋਨੋਮਰਸ ਨੇ। ਸੋ ਨਿਊਕਲੀਏਜ਼ ਐਨਜ਼ਾਈਮ ਬ੍ਰੇਕਸ ਡਾਊਨ ਨਿਊਕਲਿਕ ਐਸਿਡਸ ਡੀਐਨਏ ਐਂਡ ਆਰਐਨਏ ਇਨਟੂ ਨਿਊਕਲੀਓਟਾਈਡਸ, ਜੋ ਕਿ ਇਹਨਾਂ ਦੇ ਬਿਲਡਿੰਗ ਬਲਾਕਸ ਹੁੰਦੇ ਨੇ। ਨਿਊਕਲੀਓਟਾਈਡਸ ਜਦੋਂ ਜੁੜਦੇ ਨੇ ਤਾਂ ਬਣਦਾ ਹੈ ਡੀਐਨਏ ਔਰ ਆਰਐਨਏ, ਜੋ ਕਿ ਨਿਊਕਲਿਕ ਐਸਿਡ ਹੈ। ਸੋ ਨਿਊਕਲੀਏਜ਼ ਨੇ ਵਾਪਸ ਕੀ ਕਰਤਾ, ਨਿਊਕਲੀਓਟਾਈਡ ਬਣਾਤਾ ਡੀਐਨਏ ਨੂੰ ਤੋੜ ਕੇ, ਆਰਐਨਏ ਨੂੰ ਤੋੜ ਕੇ। ਨੈਕਸਟ ਐਨਜ਼ਾਈਮ ਹੈ ਆਰਐਨਏ ਪੋਲੀਮਰੇਜ਼। ਇਹ ਪੋਲੀਮਰੇਜ਼ ਜਿਹੜਾ ਹੈਗਾ, ਆਰਐਨਏ ਪੋਲੀਮਰੇਜ਼ ਮਤਲਬ ਕਿ ਇਹ ਆਰਐਨਏ ਦੀ ਪੋਲੀਮਰਾਈਜੇਸ਼ਨ ਕਰਦਾ ਹੈ। ਸੋ ਇਹ ਕੀ ਕਰਦਾ ਬੇਟਾ, ਰਾਈਬੋ ਨਿਊਕਲੀਓਟਾਈਡ ਟ੍ਰਾਈਫਾਸਫੇਟ ਤੋਂ ਕੀ ਬਣਾ ਦਿੰਦਾ ਹੈ, ਆਰਐਨਏ। ਠੀਕ ਹੈ। ਸਿਮਿਲਰਲੀ ਡੀਐਨਏ ਪੋਲੀਮਰੇਜ਼ ਇਹ ਕੀ ਕਰਦਾ ਹੈ, ਡੀਆਕਸੀ ਰਾਈਬੋ ਨਿਊਕਲੀਓਟਾਈਡ ਟ੍ਰਾਈਫਾਸਫੇਟ ਤੋਂ ਕੀ ਬਣਾ ਦਿੰਦਾ ਹੈ, ਡੀਐਨਏ। ਇਹ ਇਹਦੀ ਕੈਟਲਾਈਜ਼ ਕਰਦਾ ਇਹ ਵਾਲੀ ਰਿਐਕਸ਼ਨ ਨੂੰ। ਦੈਨ ਨੈਕਸਟ ਟਰਮ ਆ ਗਈ ਹੈ ਜੀ ਕੋ ਐਨਜ਼ਾਈਮ। ਐਨਜ਼ਾਈਮ ਸਾਡੇ ਇੰਨੇ ਸੀਗੇ, ਹੁਣ ਨਵੀਂ ਟਰਮ ਆਈ ਹੈ ਕੋ ਐਨਜ਼ਾਈਮ। ਕੋ ਐਨਜ਼ਾਈਮਸ ਬੇਟਾ ਕੀ ਹੁੰਦੇ ਨੇ, ਇਹ ਨੋਨ ਪ੍ਰੋਟੀਨ ਪਾਰਟ ਹੁੰਦਾ ਹੈ, ਜਿਵੇਂ ਆਪਾਂ ਪੜ੍ਹਿਆ ਸੀਗਾ ਪਹਿਲਾਂ ਵੀ। ਸੋ ਨੋਨ ਪ੍ਰੋਟੀਨ ਪਾਰਟ ਪ੍ਰੋਟੀਨਸ ਦੇ ਵਿੱਚ ਪੜ੍ਹਿਆ ਸੀਗਾ। ਇਹ ਕੀ ਹੈ,
ਇਹ ਐਨਜ਼ਾਈਮ ਦੇ ਨਾਲ ਲੱਗੇ ਹੋਏ ਕੁਝ ਮੈਟਲ ਆਇਨਸ ਹੋ ਸਕਦੇ ਨੇ, ਠੀਕ ਹੈ। ਸੋ ਦੀਜ਼ ਆਰ ਨੋਨ ਪ੍ਰੋਟੀਨ, ਓਬਵੀਅਸਲੀ ਪ੍ਰੋਟੀਨ ਤਾਂ ਨਹੀਂ, ਅਮੀਨੋ ਐਸਿਡ ਤੇ ਤਾਂ ਬਣੇ ਨਹੀਂ। ਨੋਨ ਪ੍ਰੋਟੀਨ ਪਾਰਟ ਹੁੰਦਾ ਹੈ ਵਿਚ ਇਜ਼ ਅਟੈਚ ਟੂ ਦ ਐਨਜ਼ਾਈਮ ਐਟ ਦਾ ਟਾਈਮ ਆਫ ਰਿਐਕਸ਼ਨ। ਜਦੋਂ ਰਿਐਕਸ਼ਨ ਹੋ ਰਿਹਾ ਹੁੰਦਾ ਉਸ ਵੇਲੇ ਇਹ ਉਹਦੇ ਨਾਲ ਅਟੈਚ ਹੋ ਜਾਂਦੇ ਨੇ, ਮੈਟਲ ਦੇ ਆਇਨਸ ਹੁੰਦੇ ਨੇ। ਆਹ ਤੁਸੀਂ ਦੇਖ ਸਕਦੇ ਹੋ ਜ਼ਿੰਕ, ਮੈਗਨੀਸ਼ੀਅਮ, ਆਇਰਨ, ਕਾਪਰ, ਕੋਬਾਲਟ, ਪੋਟੈਸ਼ੀਅਮ, ਸੋਡੀਅਮ। ਸੋ ਤੁਸੀਂ ਦੇਖਿਆ ਇਹ ਮਾਈਕਰੋ ਨਿਊਟਰੀਐਂਟਸ ਵੀ ਆਪਾਂ ਪੜ੍ਹਦੇ ਹਾਂ। ਮੈਟਲਸ ਜਿਹੜੇ ਨੇ ਸਾਡੇ ਸਰੀਰ ਦੇ ਲਈ ਜ਼ਰੂਰੀ ਨੇ। ਆਪਾਂ ਕਹਿੰਦੇ ਨਾ ਜ਼ਿੰਕ ਲੈਣਾ ਚਾਹੀਦਾ ਅੱਖਾਂ ਦੇ ਲਈ, ਸਕਿਨ ਦੇ ਲਈ, ਵਾਲਾਂ ਦੇ ਲਈ। ਕਾਪਰ ਵਾਲੀ ਬੋਤਲਾਂ 'ਚ ਆਪਾਂ ਕਹਿੰਦੇ ਹਾਂ ਪਾਣੀ ਪੀਆ ਕਰੋ। ਸੋ ਇਹ ਮੈਟਲਸ ਜਿਹੜੇ ਨੇ ਉਹ ਫਿਰ ਘੁਲ ਕੇ ਸਾਡੀ ਬੋਡੀ ਦੇ ਵਿੱਚ ਆ ਜਾਂਦੇ ਨੇ। ਇਹ ਸਾਡੇ ਲਈ ਜ਼ਰੂਰੀ ਨੇ, ਸਾਡੇ ਐਨਜ਼ਾਈਮਸ ਦੇ ਕੰਮ ਕਰਨ ਦੇ ਲਈ ਜ਼ਰੂਰੀ ਨੇ। ਸੋ ਇਹਨਾਂ ਨੂੰ ਅਸੀਂ ਬੋਲਦੇ ਕੋ ਐਨਜ਼ਾਈਮਸ। ਸੋ ਇਹਨਾਂ ਨੂੰ ਪ੍ਰੋਸਥੈਟਿਕ ਗਰੁੱਪਸ ਵੀ ਬੋਲਦੇ ਹਾਂ ਕਿਉਂਕਿ ਨੋਨ ਪ੍ਰੋਟੀਨ ਪਾਰਟ ਹੈ। ਕੋ ਐਨਜ਼ਾਈਮਸ ਦਾ ਕੰਮ ਕੀ ਹੈ? ਦੇ ਇੰਕਰੀਜ਼ ਦ ਐਕਟੀਵਿਟੀ ਆਫ ਐਨਜ਼ਾਈਮਸ, ਰਾਈਟ। ਕੁਛ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਐਨਜ਼ਾਈਮ ਦੀ ਐਕਟੀਵਿਟੀ ਨੂੰ ਇਨਹਿਬਿਟ ਕਰ ਦਿੰਦੀਆਂ ਨੇ, ਸਲੋ ਕਰਦੀਆਂ ਨੇ। ਉਹਨਾਂ ਨੂੰ ਅਸੀਂ ਬੋਲਦੇ ਹਾਂ ਇਨਹਿਬਿਟਰਸ। ਕੀ ਬੋਲਦੇ ਨੇ? ਇਨਹਿਬਿਟਰਸ ਜਾਂ ਫਿਰ ਪੋਇਜ਼ਨਸ ਵੀ ਬੋਲਦੇ ਹਾਂ, ਠੀਕ ਹੈ। ਨੈਕਸਟ ਜਿਹੜੀ ਟਰਮ ਸਾਡਾ ਟੌਪਿਕ ਹੈ ਦੈਟ ਇਜ਼ ਹਾਰਮੋਨਸ। ਹਾਰਮੋਨਸ ਤੁਸੀਂ ਬੜੀ ਵਾਰੀ ਸੁਣਿਆ ਡੇਲੀ ਲਾਈਫ 'ਚ। ਆਪਾਂ ਕਹਿੰਦੇ ਹਾਂ ਜੀ ਹਾਂ ਜੀ ਹਾਰਮੋਨਲ ਇਸ਼ੂਜ਼ ਹੋ ਗਏ, ਹਾਰਮੋਨਲ ਪ੍ਰੋਬਲਮ ਹੋ ਗਈ ਹੈ ਜੀ, ਉਹਨੂੰ ਥਾਇਰਾਇਡ ਹੋ ਗਿਆ ਹੈ ਨਾ, ਸ਼ੂਗਰ ਹੋ ਗਈ ਹੈ। ਇਹ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਹਾਰਮੋਨਸ ਨਾਲ ਰਿਲੇਟਡ ਹੁੰਦੀਆਂ ਨੇ। ਹਾਰਮੋਨਸ ਕੀ ਹੁੰਦੇ ਨੇ ਬੇਟਾ? ਇਹ ਵੀ ਬਾਇਓਮੋਲੀਕਿਊਲਸ ਹੁੰਦੇ ਨੇ। ਬੇਸਿਕਲੀ ਦੇ ਆਰ ਪ੍ਰੋਟੀਨਸ। ਇਹ ਸਾਡੀ ਬੋਡੀ ਦੇ ਵਿੱਚ ਹੋਣ ਵਾਲੇ ਸਾਰੇ ਫੰਕਸ਼ਨਸ ਨੂੰ ਰੈਗੂਲੇਟ ਕਰਦੇ ਨੇ। ਸੋ ਹਾਰਮੋਨਸ ਆਰ ਦਾ ਕੈਮੀਕਲ ਸਬਸਟੈਂਸਿਸ ਵਿਚ ਆਰ ਪ੍ਰੋਡਿਊਸ ਇਨ ਦਾ ਡਕਟਲੈਸ ਗਲੈਂਡਸ। ਸਾਡੀ ਬੋਡੀ ਦੇ ਵਿੱਚ ਗਲੈਂਡਸ ਹੁੰਦੇ ਨੇ, ਡਕਟਲੈਸ ਗਲੈਂਡਸ ਬੋਲਦੇ ਆ ਉਹਨਾਂ ਨੂੰ। ਉਹਦੇ ਵਿੱਚ ਪ੍ਰੋਡਿਊਸ ਹੁੰਦੇ ਨੇ ਐਂਡ ਦੇ ਕੰਟਰੋਲ ਵੇਰੀਅਸ ਬੋਡੀ ਫੰਕਸ਼ਨਸ। ਬੋਡੀ ਦੇ ਫੰਕਸ਼ਨਸ ਨੂੰ ਕੰਟਰੋਲ ਕਰਦੇ ਨੇ। ਸੋ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਕੈਮੀਕਲ ਮੈਸੇਂਜਰਸ ਵੀ ਬੋਲਦੇ ਹਾਂ। ਇਹ ਬ੍ਰੇਨ ਨੂੰ ਸਿਗਨਲ ਦਿੰਦੇ ਨੇ, ਠੀਕ। ਸੋ ਸਿਕ੍ਰੀਸ਼ਨ ਆਫ ਹਾਰਮੋਨਸ ਇਜ਼ ਕੰਟਰੋਲਡ ਬਾਏ ਐਂਟੀਰੀਅਰ ਲੋਬ ਆਫ ਪਿਚਿਊਟਰੀ ਗਲੈਂਡ। ਪਿਚਿਊਟਰੀ ਗਲੈਂਡ ਜਿਹੜਾ ਹੁੰਦਾ ਸਾਡੇ ਬ੍ਰੇਨ ਦੇ ਵਿੱਚ ਹੁੰਦਾ। ਪਿਚਿਊਟਰੀ ਗਲੈਂਡ ਦਾ ਜਿਹੜਾ ਪਿਛਲਾ ਲੋਬ ਹੈ ਉਹ ਇਹਨਾਂ ਨੂੰ ਕੰਟਰੋਲ ਕਰਦਾ ਸਿਕ੍ਰੀਸ਼ਨ ਨੂੰ। ਸੋ ਇਹ ਉੱਥੇ ਉਹ ਬ੍ਰੇਨ 'ਚੋਂ ਪਿਚਿਊਟਰੀ ਗਲੈਂਡ ਜਿਹੜਾ ਹੈ ਗਾਈਡ ਕਰਦਾ ਹੈ ਅਲੱਗ ਅਲੱਗ ਗਲੈਂਡਸ ਨੂੰ ਵੀ ਕਿਹੜਾ ਹਾਰਮੋਨ ਰਿਲੀਜ਼ ਕੀਤਾ ਜਾਵੇ। ਜਿਵੇਂ ਥਾਇਰਾਇਡ ਗਲੈਂਡ ਨੂੰ ਪਿਚਿਊਟਰੀ ਗਲੈਂਡ ਸਿਗਨਲ ਦਿੰਦਾ ਵੀ ਥਾਇਰੋਕਸਿਨ ਪ੍ਰੋਡਿਊਸ ਕਰੋ ਜੀ। ਸੋ ਜਿਵੇਂ ਸਾਡੀ ਬੋਡੀ ਦੀ ਲੋੜ ਹੁੰਦੀ ਹੈ ਉਸ ਹਿਸਾਬ ਨਾਲ। So these hormones are transported to other glands such as adrenal cortex, thyroid, sex glands to stimulate या production of other hormones। ਸੋ ਜਿਹੜਾ ਪਿਚੂਟਰੀ ਗਲੈਂਡ ਹੈ ਉਹ ਮਾਸਟਰ ਗਲੈਂਡ ਹੁੰਦਾ। ਉਹ ਸਾਰੇ ਸਾਡੀ ਬੋਡੀ ਦੇ ਗਲੈਂਡਸ ਨੂੰ ਗਾਈਡ ਕਰਦਾ ਵੀ ਹਾਂਜੀ ਆਹ ਫਲਾਨਾ ਹਾਰਮੋਨ ਦੀ ਲੋੜ ਹੈ, ਹੁਣ ਆਹ ਬਣਾਓ, ਹੁਣ ਆਹ ਬਣਾਓ, ਇਸ ਤਰ੍ਹਾਂ ਕਰਕੇ। ਹੁਣ ਕੁਛ ਆਪਾਂ ਲਿਸਟ ਪੜਾਂਗੇ ਹਾਰਮੋਨ ਦੀ। ਹਾਰਮੋਨ ਦਾ ਆਰਗਨ ਆਫ ਸਿਕ੍ਰੀਸ਼ਨ ਪੜਾਂਗੇ, ਕਿਹੜੇ ਆਰਗਨ 'ਚੋਂ ਸਿਕ੍ਰੀਟ ਹੁੰਦੇ ਨੇ ਅਤੇ ਉਹਦਾ ਉਸ ਹਾਰਮੋਨ ਦਾ ਫੰਕਸ਼ਨ ਕੀ ਹੈ। ਇਹ 3 ਹੈਡਿੰਗਸ ਨੇ, ਇਸ 'ਤੇ ਧਿਆਨ ਦੇਣਾ। ਹੁਣ ਤੁਸੀਂ ਪਹਿਲਾਂ ਅਸੀਂ ਪੜ੍ਹ ਰਹੇ ਸਟੀਰੋਇਡ ਹਾਰਮੋਨਸ। ਸਟੀਰੋਇਡ ਹਾਰਮੋਨਸ ਦੇ ਵਿੱਚ ਕਿਹੜੇ ਆਉਣਗੇ? ਸੈਕਸ ਹਾਰਮੋਨਸ ਆਉਣਗੇ। ਸੈਕਸ ਹਾਰਮੋਨਸ ਦੇ ਵਿੱਚ ਪਹਿਲਾ ਹੈ ਟੈਸਟੋਸਟੀਰੋਨ। ਇਹ ਬੇਟਾ ਮੇਲਸ ਦੇ ਵਿੱਚ ਹੁੰਦਾ ਹੈ ਅਤੇ ਟੈਸਟੀਜ਼ ਦੇ ਵਿੱਚ ਇਹ ਪ੍ਰੋਡਿਊਸ ਹੁੰਦਾ ਹੈ। ਇਟ ਰੈਗੂਲੇਟਸ ਦ ਡਿਵੈਲਪਮੈਂਟ ਐਂਡ ਫੰਕਸ਼ਨਿੰਗ ਆਫ ਮੇਲ ਸੈਕਸ ਆਰਗਨਸ। ਮੇਲ ਸੈਕਸ ਆਰਗਨਸ ਦੀ ਡਿਵੈਲਪਮੈਂਟ ਦੇ ਲਈ ਜ਼ਰੂਰੀ ਹੈ। ਨੈਕਸਟ ਇਜ਼ ਐਸਟ੍ਰੋਜਨ। ਐਸਟ੍ਰੋਜਨ ਜਿਹੜਾ ਹੈਗਾ ਓਵਰੀਜ਼ ਦੇ ਵਿੱਚ, ਇਹ ਫੀਮੇਲਸ ਦਾ ਹਾਰਮੋਨ ਹੈ, ਓਵਰੀਜ਼ ਦੇ ਵਿੱਚ ਪੈਦਾ ਹੁੰਦਾ ਹੈ, ਪ੍ਰੋਡਿਊਸ ਹੁੰਦਾ ਹੈ। ਇਟ ਕੰਟਰੋਲਸ ਦਾ ਡਿਵੈਲਪਮੈਂਟ ਐਂਡ ਫੰਕਸ਼ਨਿੰਗ ਆਫ ਫੀਮੇਲ ਸੈਕਸ ਆਰਗਨਸ। ਟੈਸਟੋਸਟੀਰੋਨ ਮੇਲਸ ਵਾਸਤੇ ਹੋ ਗਿਆ ਅਤੇ ਐਸਟ੍ਰੋਜਨ ਕਿਹਦੇ ਹੋ ਗਿਆ? ਫੀਮੇਲਸ ਦੇ ਲਈ। ਇੱਕ ਹੋਰ ਹਾਰਮੋਨ ਹੈ ਪ੍ਰੋਜੈਸਟੀਰੋਨ। ਇਹ ਕਾਰਪਸ ਲਿਊਟੀਅਮ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ। ਇਟ ਕੰਟਰੋਲਸ ਪ੍ਰੈਗਨੈਂਸੀ। ਸੋ ਆਹ ਜਿਹੜੇ ਦੋਨੋਂ ਨੀਚੇ ਵਾਲੇ ਹਾਰਮੋਨਸ ਨੇ ਐਸਟ੍ਰੋਜਨ ਅਤੇ ਪ੍ਰੋਜੈਸਟੀਰੋਨ, ਇਹ ਦੋਨੋਂ ਕਿਹਦੇ ਲਈ ਨੇ? ਇਹ ਦੋਨੋਂ ਹਾਰਮੋਨਸ ਫੀਮੇਲਸ ਦੇ ਲਈ ਨੇ। ਉੱਪਰ ਵਾਲਾ ਟੈਸਟੋਸਟੀਰੋਨ ਮੇਲਸ ਦਾ ਹੈ। ਨੈਕਸਟ ਜਿਹੜਾ ਹੈਗਾ ਦੈਟ ਇਜ਼ ਪਹਿਲਾਂ ਆਪਾਂ ਸੈਕਸ ਹਾਰਮੋਨਸ ਪੜ੍ਹੇ, ਹੁਣ ਅਸੀਂ ਕੀ ਪੜ੍ਹ ਰਹੇ ਹਾਂ? ਐਡਰੀਨਲ ਕਾਰਟੈਕਸ ਹਾਰਮੋਨਸ, ਠੀਕ। ਇਹ ਕਿੱਥੇ ਪ੍ਰੋਡਿਊਸ ਹੁੰਦੇ ਨੇ? ਐਡਰੀਨਲ ਕਾਰਟੈਕਸ ਦੇ ਵਿੱਚ। ਸੋ ਪਹਿਲਾ ਹੈਗਾ ਕੋਰਟੀਸੋਨ, ਐਡਰੀਨਲ ਕਾਰਟੈਕਸ ਪ੍ਰੋਡਿਊਸ ਹੁੰਦਾ ਹੈ। ਇਹਦਾ ਕੰਮ ਕੀ ਹੈ ਜੀ? ਇਟ ਰੈਗੂਲੇਟਸ ਮੈਟਾਬੋਲਿਜ਼ਮ ਆਫ ਫੈਟ ਦਾ ਮੈਟਾਬੋਲਿਜ਼ਮ ਜਿਹੜਾ ਅਸੀਂ ਖਾਂਦੇ ਚਰਬੀ ਉਹਨੂੰ ਪਚਾਉਣ ਦੇ ਵਿੱਚ ਹੈਲਪ ਕਰਦਾ ਹੈ। ਪ੍ਰੋਟੀਨਸ, ਕਾਰਬੋਹਾਈਡਰੇਟਸ, ਇਹ ਸਾਰਿਆਂ ਨੂੰ ਦਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈ। ਕੰਟਰੋਲਸ ਬੈਲੈਂਸ ਆਫ ਵਾਟਰ ਐਂਡ ਮਿਨਰਲਸ ਇਨ ਬੋਡੀ। ਸਾਡੀ ਬੋਡੀ ਦੇ ਵਿੱਚ ਪਾਣੀ ਔਰ ਮਿਨਰਲਸ ਦੀ ਕਮੀ ਤਾਂ ਨਹੀਂ ਹੋ ਗਈ, ਉਹਨੂੰ ਸਾਰਿਆਂ ਨੂੰ ਬੈਲੈਂਸ ਕਰਦਾ ਹੈ। ਬੇਸਿਕਲੀ ਸਾਡੀ ਸਾਰੀ ਬੋਡੀ ਨੂੰ ਰੈਗੂਲੇਟ ਕਰਦਾ ਹੈ। ਇਹਨੂੰ ਬੋਲਦੇ ਆ ਕੋਰਟੀਸੋਨ। ਦੈਨ ਨੈਕਸਟ ਜਿਹੜੇ ਨੇ ਉਹ ਕੀ ਨੇ? ਪੈਪਟਾਈਡ ਹਾਰਮੋਨਸ। ਇਹਦੇ ਵਿੱਚ ਕੀ ਆਊਗਾ ਬੇਟਾ? ਆਕਸੀਟੋਸਿਨ। ਕੀ ਇਹਦਾ ਨਾਮ? ਆਕਸੀਟੋਸਿਨ। ਇਹ ਕਿੱਥੇ ਪੈਦਾ ਹੁੰਦਾ ਹੈ? ਪੋਸਟੀਰੀਅਰ ਪਿਚੂਟਰੀ ਗਲੈਂਡ ਦੇ ਵਿੱਚ ਪੈਦਾ ਹੁੰਦਾ ਹੈ। ਇਟ ਕੰਟਰੋਲਸ ਕੰਟਰੈਕਸ਼ਨ ਆਫ ਯੂਟਰਸ ਆਫਟਰ ਚਾਈਲਡ ਬਰਥ ਐਂਡ ਰਿਲੀਜ਼ਸ ਮਿਲਕ। ਜਦੋਂ ਕੋਈ ਲੇਡੀ ਮਾਂ ਬਣਦੀ ਹੈ, ਬੱਚਾ ਹੁੰਦਾ ਹੈ, ਤਾਂ ਉਹਦਾ ਜਿਹੜਾ ਯੂਟਰਸ ਹੈ ਉਹ ਫੈਲ ਜਾਂਦਾ ਉਸ ਟਾਈਮ, ਡਿਲੀਵਰੀ ਦੇ ਟਾਈਮ। ਸੋ ਜਦੋਂ ਬੇਬੀ ਹੋ ਗਿਆ ਤਾਂ ਉਸ ਯੂਟਰਸ ਨੂੰ ਵਾਪਸ ਕੰਟਰੈਕਟ ਕਰਨਾ, ਸ਼ਰਿੰਕ ਕਰਨਾ, ਛੋਟਾ ਕਰਨਾ ਉਹਨੂੰ, ਅਤੇ ਮਿਲਕ ਦੀ ਪ੍ਰੋਡਕਸ਼ਨ ਵਧਾਉਣੀ ਹੈ।
ਠੀਕ ਹੈ। ਸੋ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਬੇਟਾ? ਆਕਸੀਟੋਸਿਨ। ਤੁਸੀਂ ਦੇਖਿਆ ਹੋਣਾ ਮੱਝਾਂ ਨੂੰ ਇੰਜੈਕਸ਼ਨ ਵੀ ਲਗਾਏ ਜਾਂਦੇ ਨੇ, ਇਹ ਉਹੀ ਹਾਰਮੋਨਸ ਹੁੰਦੇ ਨੇ। ਸੋ ਵੈਸੇ ਤਾਂ ਹਾਰਮਫੁਲ ਹੈ, ਮੈਂ ਬਿਲਕੁਲ ਨਹੀਂ ਰეკਮੈਂਡ ਕਰੂੰਗੀ, ਬਸ ਮੈਂ ਤੁਹਾਨੂੰ ਸਿਰਫ ਜਾਣਕਾਰੀ ਲਈ ਦੱਸਿਆ ਵੀ ਇਹ ਉਹੀ ਹਾਰਮੋਨ ਹੈ। ਸੋ ਇਹ ਹਾਰਮੋਨ ਵਾਲੇ ਇੰਜੈਕਸ਼ਨ ਲਗਵਾ ਕੇ ਦੁੱਧ ਚੋਣਾ ਸਭ ਤੋਂ ਜ਼ਿਆਦਾ ਖਤਰਨਾਕ ਹੈ। ਸਾਡੀ ਬੋਡੀ ਦੇ ਵਿੱਚ ਦੇਖੋ ਇਹ ਹਾਰਮੋਨ ਕਿੰਨਾ ਵੱਧ ਜੂਗਾ ਆਕਸੀਟੋਸਿਨ। ਜੇ ਅਸੀਂ ਦੁੱਧ ਪੀਵਾਂਗੇ, ਦੁੱਧ ਦੇ ਥਰੂ ਸਾਡੇ ਅੰਦਰ ਆਊਗਾ ਹੈ ਨਾ, ਅਤੇ ਸਾਡੀ ਬੋਡੀ ਨੂੰ ਵੀ ਫਿਰ ਇਹ ਅਫੈਕਟ ਕਰੂਗਾ। ਇਸ ਕਰਕੇ ਨਹੀਂ ਲਗਾਉਣੇ ਚਾਹੀਦੇ ਇੰਜੈਕਸ਼ਨਸ। ਦੈਨ ਹੈ ਵੈਸੋਪ੍ਰੈਸਿਨ। ਇਹ ਹਾਰਮੋਨ ਦਾ ਨਾਮ ਹੈ, ਕਿੱਥੋਂ ਪੈਦਾ ਹੁੰਦਾ ਹੈ? ਪਿਚਿਊਟਰੀ ਗਲੈਂਡ ਦੇ ਵਿੱਚ ਪੈਦਾ ਹੁੰਦਾ ਹੈ। ਅਤੇ ਇਹਦਾ ਕੀ ਕੰਮ ਹੈ? ਇਟ ਕੰਟਰੋਲਸ ਰੀਐਬਜ਼ਰਪਸ਼ਨ ਆਫ ਵਾਟਰ ਇਨ ਕਿਡਨੀਜ਼। ਸੋ ਵਾਟਰ ਕਿੰਨਾ ਕੁ ਐਬਜ਼ੋਰਬ ਕਰਨਾ ਹੈ, ਨਹੀਂ ਤਾਂ ਸਾਰਾ ਇਹਨਾਂ ਨਾ ਨਿਕਲ ਜਾਏ ਵਾਟਰ। ਸੋ ਕਿਡਨੀ 'ਚ ਫਿਲਟਰ ਕਰਨ ਤੋਂ ਬਾਅਦ ਵਾਟਰ ਵਾਪਸ ਐਬਜ਼ੋਰਬ ਕਰ ਲੈਂਦੀ ਸਾਡੀ ਬੋਡੀ, ਜਿੰਨਾ ਐਕਸੈਸ ਹੈ ਉਹ ਨਿਕਲ ਜਾਂਦਾ ਹੈ। ਦੈਨ ਇੰਸੂਲਿਨ ਹੈ। ਇੰਸੂਲਿਨ ਹਾਰਮੋਨ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਡਾਇਬਟੀਜ਼ ਜਦੋਂ ਹੋ ਜਾਂਦੀ ਹੈ ਇੰਸੂਲਿਨ ਹਾਰਮੋਨ ਦੀ ਕਮੀ ਹੋ ਜਾਂਦੀ ਹੈ, ਤਾਂ ਯੋਗਾ ਵਾਲੇ ਸਾਰੇ ਦੱਸਦੇ ਨੇ ਪੈਨਕ੍ਰੀਆ ਨੂੰ ਐਕਟੀਵੇਟ ਕਰੋ ਜੀ। ਪੈਨਕ੍ਰੀਆ ਜਿੱਥੇ ਉੱਧਰ ਨੂੰ ਆਪਾਂ ਨੂੰ ਕਹਿੰਦੇ ਨੇ ਵੀ ਇਸ ਤਰ੍ਹਾਂ ਐਕਸਰਸਾਈਜ਼ ਕਰੋ ਵੀ ਉਹ ਹਿੱਲੇ ਔਰਗਨ। ਸੋ ਯੋਗਾ ਦੇ ਨਾਲ ਆਪਾਂ ਕਹਿੰਦੇ ਹਾਂ ਆਪਣਾ ਇੰਸੂਲਿਨ ਦੀ ਪ੍ਰੋਡਕਸ਼ਨ ਵਧਾ ਸਕਦੇ ਹਾਂ, ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹਾਂ, ਵਾਕ ਕਰਨ ਨਾਲ ਕਰ ਸਕਦੇ ਹਾਂ। ਸੋ ਬੇਸਿਕਲੀ ਕਿਹਨੂੰ ਐਕਟੀਵੇਟ ਕਰਨਾ ਹੁੰਦਾ ਸੀ? ਪੈਨਕ੍ਰੀਆਜ਼ ਨੂੰ। ਸੋ ਇੰਸੂਲਿਨ ਜਿਹੜਾ ਹੈ ਪੈਨਕ੍ਰੀਆਜ਼ ਦੇ ਵਿੱਚ ਪ੍ਰੋਡਿਊਸ ਹੁੰਦਾ, ਤਾਂ ਇਹਦਾ ਕੰਮ ਕੀ ਹੈ? ਇਟ ਕੰਟਰੋਲਸ ਗਲੂਕੋਸ ਲੈਵਲਸ ਇਨ ਬਲੱਡ ਦੇ ਵਿੱਚ ਜੇ ਗਲੂਕੋਸ ਵੱਧ ਜਾਂਦਾ ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਇਹਨੂੰ ਸ਼ੂਗਰ ਹੋ ਗਈ। ਡਾਇਬਟੀਜ਼ ਉਹਨੂੰ ਇਹੀ ਹੁੰਦੀ ਹੈ, ਡਾਇਬਟੀਜ਼ ਬਲੱਡ ਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਗਈ। ਸੋ ਉਹਨੂੰ ਘਟਾਉਂਦਾ ਕੌਣ ਹੈ? ਉਹਨੂੰ ਡਾਈਜੈਸਟ ਕੌਣ ਕਰਦਾ ਸ਼ੂਗਰ ਨੂੰ? ਇੰਸੂਲਿਨ। ਸੋ ਜੇ ਕਿਸੇ 'ਚ ਇੰਸੂਲਿਨ ਹੀ ਨਹੀਂ ਬਣ ਰਿਹਾ ਤਾਂ ਉਹਦੇ ਖੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਵਧੂਗੀ ਨਾ ਬੇਟਾ। ਸੋ ਇੰਸੂਲਿਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੈਨ ਲਾਸਟ ਹੈ ਅਮੀਨ ਹਾਰਮੋਨਸ। ਇਹਦੇ ਵਿੱਚ ਆ ਗਿਆ ਬੇਟਾ ਐਡਰੀਨਲੀਨ ਜਾਂ ਫਿਰ ਐਪੀਨੈਫਰੀਨ। ਠੀਕ ਹੈ, ਇਹ ਕਿੱਥੇ ਪੈਦਾ ਹੁੰਦਾ ਹੈ? ਐਡਰੀਨਲ ਕੋਰਟੈਕਸ ਦੇ ਵਿੱਚ ਅਤੇ ਮੈਡੋਲਾ ਦੇ ਵਿੱਚ ਪੈਦਾ ਹੁੰਦਾ ਹੈ। ਇਹਦਾ ਕੰਮ ਕੀ ਹੈ? ਇਹਨੂੰ ਅਸੀਂ ਬੋਲਦੇ ਐਮਰਜੈਂਸੀ ਹਾਰਮੋਨ। ਜਿਹੜਾ ਸਾਡੀ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਐਕਸੀਡੈਂਟ ਹੋ ਜਾਂਦਾ ਤਾਂ ਸਡਨਲੀ ਸਾਡੇ ਅੰਦਰ ਐਨਰਜੀ ਨਹੀਂ ਆ ਜਾਂਦੀ, ਇਹ ਵਾਲੇ ਹਾਰਮੋਨ ਕਰਕੇ ਆਉਂਦੀ ਸੀ। ਕਹਿੰਦੇ ਐਡਰੀਨਲ ਰਸ਼ ਹੋ ਗਿਆ ਜੀ, ਐਡਰੀਨਲੀਨ ਪੈਦਾ ਹੋ ਜਾਂਦਾ। ਇਹਦਾ ਕੀ ਕੰਮ ਹੈ? ਇਟ ਇਨਕਰੀਜ਼ਸ ਪਲਸ ਰੇਟ। ਸਾਡੀ ਧੜਕਣ ਤੇਜ਼ ਹੋ ਜਾਂਦੀ ਹੈ। ਕੰਟਰੋਲਸ ਬਲੱਡ ਪ੍ਰੈਸ਼ਰ ਐਂਡ ਰਿਲੀਜ਼ਸ ਗਲੂਕੋਜ਼ ਫਰੋਮ ਲਿਵਰ ਗਲਾਈਕੋਜਨ। ਲਿਵਰ ਦੇ ਵਿੱਚ ਗਲਾਈਕੋਜਨ ਦੇ ਫਾਰਮ ਦੇ ਵਿੱਚ ਸਟੋਰ ਹੋ ਜਾਂਦਾ ਨਾ, ਗਲਾਈਕੋਜਨ ਲਿਵਰ 'ਚ ਸਟੋਰ ਹੁੰਦਾ ਹੈ, ਇਹ ਐਨਰਜੀ ਦਿੰਦਾ ਹੈ। ਸੋ ਇਹ ਉਹਨੂੰ ਰਿਲੀਜ਼ ਕਰਦਾ ਹੈ। ਫੈਟੀ ਐਸਿਡਸ ਫਰੋਮ ਫੈਟਸ ਇਨ ਐਮਰਜੈਂਸੀ। ਜਦੋਂ ਸਾਨੂੰ ਸਰੀਰ ਨੂੰ ਐਨਰਜੀ ਦੀ ਲੋੜ ਪੈ ਗਈ, ਸਡਨਲੀ ਅਸੀਂ ਕਿਤੇ ਗਿਰ ਗਏ, ਕੋਈ ਐਕਸੀਡੈਂਟ ਹੋ ਗਿਆ, ਸਾਡੀ ਬੋਡੀ ਆਪਣੇ ਆਪ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਹੋ ਜਾਂਦੀ, ਸਾਡੇ ਅੰਦਰ ਇੱਕਦਮ ਤਾਕਤ ਜਿਹੀ ਆ ਜਾਂਦੀ ਹੈ। ਉਹ ਕਿੱਥੋਂ ਆਉਂਦੀ ਹੈ? ਕਿਉਂਕਿ ਸਾਡੀ ਬੋਡੀ ਦੇ ਵਿੱਚ ਐਡਰੀਨਲਿਨ ਰਸ਼ ਹੋ ਜਾਂਦਾ ਹੈ, ਐਡਰੀਨਲਿਨ ਬਹੁਤ ਜ਼ਿਆਦਾ ਪੈਦਾ ਹੋ ਜਾਂਦਾ ਹੈ ਅਤੇ ਇਹ ਸਾਨੂੰ ਐਨਰਜੀ ਦੇ ਦਿੰਦਾ। ਬੀਪੀ ਹਾਈ ਸਾਡਾ, ਅਸੀਂ ਕਹਿੰਦੇ ਖੂਨ ਖੁੱਲ੍ਹ ਗਿਆ, ਮੇਰਾ ਗੁੱਸਾ ਆ ਗਿਆ ਸੀਗਾ, ਉਹ ਗੁੱਸਾ ਲੜਾਈ ਦੇ ਟਾਈਮ ਕਿੱਥੋਂ ਆ ਜਾਂਦਾ ਹੈ? ਉਹ ਐਡਰੀਨਲਿਨ ਕਰਕੇ ਆ ਜਾਂਦਾ ਹੈ। ਆਈ ਹੋਪ ਸਾਰਿਆਂ ਨੂੰ ਸਮਝ ਆ ਗਿਆ ਹੋਣੀ ਸਟੋਰੀ ਐਡਰੀਨਲਿਨ ਦਾ ਰੋਲ। ਨੈਕਸਟ ਜਿਹੜਾ ਹੈਗਾ ਬੇਟਾ ਲਾਸਟ ਵਾਲਾ ਹਾਰਮੋਨ, ਇਹ ਹੈ ਥਾਇਰੋਕਸਿਨ। ਤੁਸੀਂ ਸਕੂਲ 'ਚ ਮੇਰੇ ਤੋਂ ਵੀ ਬੜੀ ਵਾਰੀ ਸੁਣਿਆ ਹੋਣਾ, ਮੈਨੂੰ ਵੀ ਥਾਇਰਾਇਡ ਦੀ ਪ੍ਰੋਬਲਮ ਹੈ। ਥਾਇਰਾਇਡ ਗਲੈਂਡ 'ਚ ਇਹ ਪੈਦਾ ਹੁੰਦਾ ਹੈ। ਤਾਂ ਇਹਦਾ ਕੀ ਕੰਮ ਹੈ? ਇਟ ਕੰਟਰੋਲਸ ਮੈਟਾਬੋਲਿਜ਼ਮ ਆਫ ਕਾਰਬੋਹਾਈਡਰੇਟਸ, ਲਿਪਿਡਸ ਐਂਡ ਪ੍ਰੋਟੀਨਸ। ਲਿਪਿਡਸ ਫੈਟਸ ਨੂੰ ਬੋਲਦੇ ਨੇ। ਸੋ ਮੈਟਾਬੋਲਿਜ਼ਮ ਨੂੰ ਹੀ ਕੰਟਰੋਲ ਕਰਦਾ ਹੈ, ਕਾਰਬੋਹਾਈਡਰੇਟਸ, ਲਿਪਿਡਸ ਐਂਡ ਪ੍ਰੋਟੀਨਸ ਦੇ ਮੈਟਾਬੋਲਿਜ਼ਮ ਨੂੰ। ਯਾਨੀ ਕਿ ਬੇਸਿਕਲੀ ਸਾਡੀ ਬੋਡੀ ਦਾ ਇਹ ਸਾਰੀ ਫੰਕਸ਼ਨਿੰਗ ਵੀ, ਜਿਹੜਾ ਅਸੀਂ ਭੋਜਨ ਖਾਂਦੇ ਹਾਂ ਉਹ ਪਚ ਰਿਹਾ ਕਿ ਨਹੀਂ। ਜਿਨ੍ਹਾਂ ਦਾ ਥਾਇਰੋਕਸਿਨ ਪੈਦਾ ਨਹੀਂ ਹੁੰਦਾ, ਥਾਇਰਾਇਡ ਗਲੈਂਡ ਐਕਟਿਵ ਨਹੀਂ ਹੈ, ਤਾਂ ਇਹ ਸਾਰੀ ਕਾਰਬੋਹਾਈਡਰੇਟ, ਫੈਟ, ਪ੍ਰੋਟੀਨ ਇਹ ਡਾਈਜੈਸਟ ਹੀ ਨਹੀਂ ਹੁੰਦੇ ਉਹਨਾਂ ਨੂੰ, ਇਹ ਫਿਰ ਬੋਡੀ 'ਚ ਜਮ੍ਹਾਂ ਹੋ ਜਾਂਦੇ ਨੇ। ਤਾਂ ਉਹ ਬੰਦਾ ਕੀ ਹੋ ਜਾਂਦਾ? ਮੋਟਾ, ਉਹਨੂੰ ਮੋਟਾਪਾ ਹੋ ਜਾਂਦਾ। ਤਾਂ ਅਸੀਂ ਕਹਿੰਦੇ ਹਾਂ ਹਾਈਪੋਥਾਇਰਾਇਡ ਹੈ ਜੀ। ਹਾਈਪੋ ਮੀਨਸ ਲੋ, ਥਾਇਰਾਇਡ ਦੀ ਪ੍ਰੋਡਕਸ਼ਨ ਲੋ ਹੋ ਗਈ ਹੈ। ਇੱਕ ਹੁੰਦਾ ਹਾਈਪਰ। ਹਾਈਪਰ ਦਾ ਮਤਲਬ ਕੀ ਹੈ? ਜ਼ਿਆਦਾ ਥਾਇਰੋਕਸਿਨ ਦੀ ਪ੍ਰੋਡਕਸ਼ਨ ਹੋ ਰਹੀ ਹੈ, ਤਾਂ ਕੀ ਹੋ ਗਿਆ? ਹਾਈ ਲੈਵਲਸ ਹੋ ਗਏ ਉਹਦੀ ਬੋਡੀ ਦੇ ਵਿੱਚ। ਸੋ ਇਹ ਜਿਹੜੇ ਨੇ ਫਿਰ ਜ਼ਿਆਦਾ ਤੇਜ਼ ਹੋ ਜਾਂਦਾ ਉਹਦਾ ਮੈਟਾਬੋਲਿਕ ਰੇਟ, ਤਾਂ ਉਹ ਬੰਦਾ ਸੁੱਕ ਜਾਂਦਾ, ਕਮਜ਼ੋਰ ਹੋ ਜਾਂਦਾ। ਜਿਨ੍ਹਾਂ ਨੂੰ ਹਾਈਪਰ ਥਾਇਰਾਇਡਿਜ਼ਮ ਹੈ, ਜਿਹੜੇ ਮੋਟੇ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ? ਹਾਈਪੋਥਾਇਰਾਇਡਿਜ਼ਮ ਵਾਲੇ ਮੋਟੇ ਹੋ ਜਾਂਦੇ ਨੇ ਅਤੇ ਹਾਈਪਰ ਵਾਲੇ ਪਤਲੇ ਹੋ ਜਾਂਦੇ ਨੇ। ਸੋ ਬੇਟਾ ਇਹ ਸੀਗਾ ਸਾਡਾ ਐਨਜ਼ਾਈਮਸ ਦੇ ਬਾਰੇ 'ਚ ਟੌਪਿਕ, ਅਤੇ ਬਾਕੀ ਅਸੀਂ ਨੈਕਸਟ ਵੀਡੀਓ ਵਿੱਚ ਦੇਖਾਂਗੇ। ਥੈਂਕ ਯੂ ਫॉर ਵਾਚਿੰਗ।